नमस्कार, सत श्री अकाल। पंजाब ਅਤੇ हरियाणा हाईकोर्ट ਦੇ 2008-9 ਦੌਰਾਨ ਰਹੇ ਚੀਫ ਜਸਟਿਸ ਨੇ ਹਾਈਕੋਰਟ ਦੇ 9 ਜੱਜਾਂ ਦੇ ਬਾਰੇ 2 ਵਿਅਕਤੀਆਂ ਦੀ ਟੈਲੀਫੋਨਿਕ ਗੱਲਬਾਤ ਦੀ ਖੁਫੀਆ ਤਰੀਕੇ ਨਾਲ ਕੀਤੀ ਗਈ ਰਿਕਾਰਡਿੰਗ ਤੇ ਸਖਤ ਨੁਕਤਾਚੀਨੀ ਕੀਤੀ ਹੈ। ਇਹ ਗੱਲ ਹੁਣ ਸਾਹਮਣੇ ਆਈ ਹੈ। ਜਸਟਿਸ ਟੀ.ਐਸ. ਠਾਕੁਰ ਇਸ ਵੇਲੇ ਸੁਪਰੀਮ ਕੋਰਟ ਦੇ ਜੱਜ ਨੇ। ਉਹਨਾਂ ਨੇ ਪੰਜਾਬ ਸਰਕਾਰ ਦੇ ਵਿਜੀਲੈਂਸ ਬਿਊਰੋ ਦੀ ਇਸ ਕਾਰਵਾਈ ਨੂੰ ਸ਼ੰਕਾਪੂਰਨ ਅਤੇ ਗੈਰ ਜ਼ਰੂਰੀ ਕਰਾਰ ਦਿੱਤਾ ਹੈ। ਇਹ ਵਿਜੀਲੈਂਸ ਬਿਊਰੋ ਦੇ ਵਿਵਾਦਾਂ 'ਚ ਰਹੇ ਮੁਖੀ ਸੁਮੇਧ ਸਿੰਘ ਸੈਣੀ ਦੇ ਖਿਲਾਫ ਸਖਤ ਟਿੱਪਣੀਆਂ ਕੀਤੀਆਂ ਨੇ। ਸੁਮੇਧ ਸਿੰਘ ਸੈਣੀ ਇਸ ਵੇਲੇ ਪੰਜਾਬ ਪੁਲਿਸ ਦੇ ਡੀਜੀਪੀ ਨੇ। ਪੇਸ਼ ਹੈ ਇਸ ਬਾਰੇ ਨਿਊਜ਼ਰੂਮ ਹੈਡ ਹਰਪਾਲ ਸਿੰਘ ਅਤੇ ਡੇ ਐਂਡ ਨਾਈਟ ਨਿਊਜ਼ ਟੀਮ ਦੀ ਇਹ ਐਕਸਕਲੂਸਿਵ ਰਿਪੋਰਟ। ਜਸਟਿਸ ਟੀ.ਐਸ. ਠਾਕੁਰ ਵੱਲੋਂ ਤਿੱਖੀ ਅਤੇ ਸਨਸਨੀਖੇਜ਼ ਚਿੱਠੀ ਦੇ ਅੰਸ਼ ਤੁਹਾਡੇ ਨਾਲ ਸਾਂਝੇ ਕਰਨ ਤੋਂ ਪਹਿਲਾਂ ਅਸੀਂ 9 ਪੰਨਿਆਂ ਦੀ ਚਿੱਠੀ ਨਾਲ ਸੰਬੰਧਿਤ ਪ੍ਰਮੁੱਖ ਹਸਤੀਆਂ ਬਾਰੇ ਕੁਝ ਜਾਣਕਾਰੀ ਦੇ ਦਿੰਦੇ ਹਾਂ। ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਟੀ.ਐਸ. ਠਾਕੁਰ ਹੈ ਕੌਣ ਨੇ। ਚਿੱਠੀ ਲਿਖਣ ਵਾਲੇ ਜਸਟਿਸ ਟੀ.ਐਸ. ਠਾਕੁਰ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਨੇ। 17 ਨਵੰਬਰ 2009 ਨੂੰ ਸੁਪਰੀਮ ਕੋਰਟ ਦੇ ਜੱਜ ਬਣਨ ਤੋਂ ਪਹਿਲਾਂ ਉਹ 2008 ਤੋਂ 2009 ਦੌਰਾਨ ਕਰੀਬ 15 ਮਹੀਨਿਆਂ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸਨ। ਇਹ ਸਾਰਾ ਮਾਮਲਾ ਸੁਮੇਧ ਸਿੰਘ ਸੈਣੀ ਦੇ ਇਰਦ-ਗਿਰਦ ਘੁੰਮਦਾ ਹੈ ਤੇ ਫੋਨ ਟੇਪ ਮਾਮਲੇ ਦੇ ਮੁੱਖ ਕਿਰਦਾਰ ਉਹ ਨੇ। ਪੰਜਾਬ ਕਾਡਰ ਦੇ 1982 ਬੈਚ ਦੇ ਵਿਵਾਦਤ ਆਈਪੀਐਸ ਅਧਿਕਾਰੀ ਇਸ ਸਮੇਂ ਪੰਜਾਬ ਪੁਲਿਸ ਦੇ ਡੀਜੀਪੀ ਨੇ। ਸਾਲ 2008 ਦੌਰਾਨ ਜਦੋਂ 2 ਵਿਅਕਤੀਆਂ ਦੇ ਟੈਲੀਫੋਨ ਟੇਪ ਕੀਤੇ ਗਏ ਸਨ ਤਾਂ ਉਹ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸਨ। ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਤਤਕਾਲੀ 9 ਜੱਜਾਂ ਬਾਰੇ ਗੱਲਬਾਤ ਵੀ ਰਿਕਾਰਡ ਕੀਤੀ ਗਈ ਸੀ। ਸੁਮੇਧ ਸਿੰਘ ਸੈਣੀ ਉਤੇ ਲੁਧਿਆਣਾ ਦੇ ਕਾਰੋਬਾਰੀ ਪਰਿਵਾਰ ਦੇ 3 ਮੈਂਬਰਾਂ ਨੂੰ ਨਿੱਜੀ ਰੰਜਿਸ਼ ਤਹਿਤ ਮਾਰਚ 1994 ਚ ਅਗਵਾ ਕਰਨ, ਗੁੰਮਸ਼ੁਦਗੀ ਅਤੇ ਕਤਲ ਕਰਨ ਦਾ ਸੀਬੀਆਈ ਦੀ ਦਿੱਲੀ ਸਥਿਤ 30 ਹਜ਼ਾਰੀ ਅਦਾਲਤ 'ਚ ਅਪਰਾਧਿਕ ਮਾਮਲਾ ਚੱਲ ਰਿਹਾ ਹੈ, ਜਿਸ ਦੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤਹਿਤ ਰੋਜ਼ ਸੁਣਵਾਈ ਹੋ ਰਹੀ ਹੈ। ਐਚ.ਐਸ. ਮੱਤੇਵਾਲ ਸਾਲ 2008-9 ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਸਨ। ਉਹਨਾਂ ਨੂੰ ਮਈ 2010 'ਚ ਦਿਲ ਦਾ ਦੌਰਾ ਪਿਆ ਤੇ ਹੈਮਰੇਜ ਵੀ ਹੋਇਆ, ਜਿਸ ਕਾਰਨ ਹੁਣ ਉਹ ਪੂਰੀ ਸੁੱਧ-ਬੁੱਧ ਵਿੱਚ ਨਹੀਂ ਨੇ। ਹਾਲਾਂਕਿ ਸ਼੍ਰੀ ਮੱਤੇਵਾਲ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਕਾਨੂੰਨੀ ਸਲਾਹਕਾਰ ਵਜੋਂ ਸੇਵਾਵਾਂ ਨਿਭਾ ਰਹੇ ਨੇ ਤੇ ਉਹਨਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਵੀ ਮਿਲਿਆ ਹੋਇਆ ਹੈ। ਜਸਟਿਸ ਵਿਜੇਂਦਰ ਜੈਨ ਉਸ ਵੇਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸਨ ਜਦੋਂ ਸੁਮੇਧ ਸਿੰਘ ਸੈਣੀ ਨੇ ਪੰਜਾਬ ਵਿਜੀਲੈਂਸ ਬਿਊਰੋ 'ਚ ਫੋਨ ਟੇਪ ਕਰਨ ਦਾ ਕਾਰਾ ਕੀਤਾ ਸੀ। ਜਸਟਿਸ ਜੈਨ 1 ਅਗਸਤ 2009 ਨੂੰ ਰਿਟਾਇਰ ਹੋਏ ਅਤੇ ਉਹਨਾਂ ਦੀ ਥਾਂ ਤੇ ਜਸਟਿਸ ਟੀ.ਐਸ. ਠਾਕੁਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਬਣੇ। ਜਸਟਿਸ ਜੈਨ ਨੂੰ ਹੁਣੇ ਜਿਹੇ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ। ਪੰਜਾਬ ਵਿਜੀਲੈਂਸ ਬਿਊਰੋ ਦੀ ਰਿਪੋਰਟ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 9 ਜੱਜਾਂ ਦਾ ਉਹਨਾਂ ਦੇ ਨਾਵਾਂ ਸਮੇਤ ਜ਼ਿਕਰ ਕੀਤਾ ਗਿਆ। ਇਹਨਾਂ 'ਚ ਜਸਟਿਸ ਐਮ.ਐਸ. ਗਿੱਲ, ਜਸਟਿਸ ਐਚ.ਐਸ. ਭੱਲਾ, ਜਸਟਿਸ ਐਮ.ਐਮ.ਐਸ. ਬੇਦੀ, ਜਸਟਿਸ ਰਣਜੀਤ ਸਿੰਘ, ਜਸਟਿਸ ਸੂਰਿਆਕਾਂਤ, ਜਸਟਿਸ ਰਾਜੀਵ ਭੱਲਾ, ਜਸਟਿਸ ਐਮ.ਐਮ. ਕੁਮਾਰ ਅਤੇ ਜਸਟਿਸ ਕੇ.ਐਸ. ਗਰੇਵਾਲ ਦਾ ਨਾਮ ਸ਼ਾਮਲ ਹੈ। ਇਹਨਾਂ 'ਚੋਂ ਜਸਟਿਸ ਗਰੇਵਾਲ ਸਮੇਤ ਕਈ ਜੱਜ ਰਿਟਾਇਰ ਹੋ ਚੁੱਕੇ ਨੇ, ਜਦਕਿ ਬਾਕੀਆਂ ਨੂੰ ਹੋਰਨਾਂ ਅਹੁਦਿਆਂ ਤੇ ਤਰੱਕੀ ਮਿਲ ਚੁੱਕੀ ਹੈ। ਇਸ ਵੇਲੇ ਜਸਟਿਸ ਐਮ.ਐਮ. ਕੁਮਾਰ ਜੰਮੂ ਤੇ ਕਸ਼ਮੀਰ ਹਾਈ ਕੋਰਟ ਦੇ ਚੀਫ ਜਸਟਿਸ ਨੇ ਤੇ ਜਸਟਿਸ ਐਚ.ਐਸ. ਭੱਲਾ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਨੇ। ਸਾਲ 2008-2009 ਦੌਰਾਨ ਰਮੇਸ਼ ਇੰਦਰ ਸਿੰਘ ਪੰਜਾਬ ਦੇ ਮੁੱਖ ਸਕੱਤਰ ਸਨ। ਅਹੁਦੇ ਤੋਂ ਰਿਟਾਇਰ ਹੋਣ ਤੋਂ ਬਾਅਦ ਤੁਰੰਤ ਉਹਨਾਂ ਨੂੰ ਪੰਜਾਬ ਦਾ ਮੁੱਖ ਸੂਚਨਾ ਕਮਿਸ਼ਨਰ ਬਣਾ ਦਿੱਤਾ ਗਿਆ। ਡਾਕਟਰ ਬੀ.ਸੀ. ਗੁਪਤਾ ਪੰਜਾਬ ਕਾਡਰ ਦੇ 1975 ਬੈਚ ਦੇ ਆਈਏਐਸ ਅਧਿਕਾਰੀ ਨੇ ਅਤੇ ਸਾਲ 2008-9 ਦੌਰਾਨ ਉਹ ਪੰਜਾਬ ਦੇ ਗ੍ਰਹਿ ਸਕੱਤਰ ਵੀ ਰਹੇ। ਨਵੰਬਰ 2009 'ਚ ਉਹਨਾਂ ਨੂੰ ਕੇਂਦਰ ਦੇ ਖੁਰਾਕ ਅਤੇ ਜਨਤਕ ਵੰਡ ਮਹਿਕਮੇ ਦਾ ਸਕੱਤਰ ਬਣਾਇਆ ਗਿਆ, ਜਿੱਥੋਂ ਉਹ ਇਸ ਸਾਲ ਮਈ 'ਚ ਰਿਟਾਇਰ ਹੋਏ ਨੇ। ਐਨਪੀਐਸ ਔਲਖ ਮਾਰਚ 2007 ਤੋਂ ਫਰਵਰੀ 2009 ਤੱਕ ਪੰਜਾਬ ਪੁਲਿਸ ਦੇ ਮੁਖੀ ਰਹੇ ਤੇ ਫਿਰ ਉਹਨਾਂ ਨੂੰ ਨੈਸ਼ਨਲ ਸਿਕਿਉਰਿਟੀ ਗਾਰਡ ਯਾਨੀ ਐਨਐਸਜੀ ਦਾ ਮੁਖੀ ਚੁਣ ਲਿਆ ਗਿਆ। 1972 ਬੈਚ ਦੇ ਆਈਪੀਐਸ ਅਧਿਕਾਰੀ ਔਲਖ ਅਗਸਤ 2010 ਚ ਰਿਟਾਇਰ ਹੋ ਗਏ। ਜਸਟਿਸ ਕੇ.ਜੀ. ਬਾਲਾਕ੍ਰਿਸ਼ਨਨ ਜਨਵਰੀ 2007 ਤੋਂ ਮਈ 2010 ਤੱਕ ਸੁਪਰੀਮ ਕੋਰਟ ਦੇ ਚੀਫ ਜਸਟਿਸ ਰਹੇ। ਜਸਟਿਸ ਐਮ.ਐਸ. ਗਿੱਲ ਦਾ ਤਬਾਦਲਾ ਕਰਨ ਦੀ ਸਿਫਾਰਿਸ਼ ਬਾਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਸ ਵੇਲੇ ਦੇ ਚੀਫ ਜਸਟਿਸ ਵਿਜੇਂਦਰ ਜੈਨ ਤੋਂ ਉਹਨਾਂ ਨੂੰ ਪੂਰੀ ਜਾਣਕਾਰੀ ਮਿਲੀ ਸੀ। ਉਸ ਵੇਲੇ ਜਸਟਿਸ ਜੈਨ ਦਾ ਕਾਰਜਕਾਲ ਖਤਮ ਹੋਣ ਵਾਲਾ ਸੀ ਤੇ ਜਸਟਿਸ ਬਾਲਾਕ੍ਰਿਸ਼ਨਨ ਨੇ ਜਸਟਿਸ ਗਿੱਲ ਖਿਲਾਫ ਕਾਰਵਾਈ ਤੋਂ ਪਹਿਲਾਂ ਨਵੇਂ ਜਸਟਿਸ ਬਣਨ ਜਾ ਰਹੇ ਜਸਟਿਸ ਟੀ.ਐਸ. ਠਾਕੁਰ ਤੋਂ ਉਹਨਾਂ ਦੇ ਵਿਚਾਰ ਜਾਣਨ ਦਾ ਫੈਸਲਾ ਲਿਆ। ਹੁਣ ਤੁਹਾਨੂੰ ਜਸਟਿਸ ਟੀ.ਐਸ. ਠਾਕੁਰ ਵੱਲੋਂ ਲਿਖੀ ਚਿੱਠੀ ਬਾਰੇ ਦੱਸਦੇ ਹਾਂ।
ਜਸਟਿਸ ਟੀ.ਐਸ. ਠਾਕੁਰ ਨੇ 11 ਜਨਵਰੀ 2009 ਨੂੰ ਸੁਪਰੀਮ ਕੋਰਟ ਦੇ ਉਸ ਵੇਲੇ ਦੇ ਚੀਫ ਜਸਟਿਸ ਕੇ.ਜੀ. ਬਾਲਾਕ੍ਰਿਸ਼ਨਨ ਨੂੰ ਲਿਖੀ ਚਿੱਠੀ 'ਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਟੈਲੀਫੋਨ ਟੇਪ ਕਰਨ ਅਤੇ ਦੋ ਵਿਅਕਤੀਆਂ ਦੀ ਗੱਲਬਾਤ ਸੁਣਨ ਦੇ ਮਾਮਲੇ ਤੇ ਸਵਾਲੀਆ ਨਿਸ਼ਾਨ ਲਗਾਇਆ। ਵਿਜੀਲੈਂਸ ਬਿਊਰੋ ਨੇ ਵਕੀਲ ਰਣਦੀਪ ਰਾਏ ਸਮੇਤ ਕੁਝ ਲੋਕਾਂ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 9 ਜੱਜਾਂ ਦੇ ਬਾਰੇ ਗੱਲਬਾਤ ਨੂੰ ਟੇਪ ਕੀਤਾ ਸੀ, ਜਿਨ੍ਹਾਂ 'ਚ ਜਸਟਿਸ ਐਮ.ਐਮ.ਐਸ. ਬੇਦੀ, ਜਸਟਿਸ ਰਣਜੀਤ ਸਿੰਘ, ਜਸਟਿਸ ਸੂਰਿਆਕਾਂਤ, ਜਸਟਿਸ ਰਾਜੀਵ ਭੱਲਾ, ਜਸਟਿਸ ਐਮ.ਐਮ. ਕੁਮਾਰ ਅਤੇ ਜਸਟਿਸ ਕੇ.ਐਸ. ਗਰੇਵਾਲ ਦਾ ਨਾਮ ਸ਼ਾਮਲ ਹੈ। ਜਸਟਿਸ ਠਾਕੁਰ ਨੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਫੋਨ ਟੇਪ ਕਰਨ ਦੀ ਪੂਰੀ ਕਾਰਵਾਈ ਬਾਰੇ ਸਖਤ ਟਿੱਪਣੀ ਕੀਤੀ ਹੈ ਤੇ ਇਸ ਨੂੰ ਸ਼ੱਕੀ ਕਰਾਰ ਦਿੱਤਾ ਹੈ। ਜਸਟਿਸ ਠਾਕੁਰ ਨੇ ਪੰਜਾਬ ਸਰਕਾਰ ਦੇ ਸੀਨੀਅਰ ਸਿਵਲ ਅਧਿਕਾਰੀਆਂ ਵੱਲੋਂ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਨ ਬਾਰੇ ਨੁਕਤਾਚੀਨੀ ਕੀਤੀ ਹੈ ਅਤੇ ਲਿਖਿਆ ਹੈ ਕਿ ਨਿਗਰਾਨੀ ਹੇਠਲੇ ਦੋ ਵਿਅਕਤੀਆਂ ਦੇ ਟੈਲੀਫੋਨ ਟੇਪ ਕਰਨ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਦਿਮਾਗ ਦੀ ਵਰਤੋਂ ਨਹੀਂ ਕੀਤੀ। ਜਸਟਿਸ ਠਾਕੁਰ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਉਸ ਵੇਲੇ ਦੇ ਆਈਜੀ ਸੁਮੇਧ ਸਿੰਘ ਸੈਣੀ ਵੱਲੋਂ ਤਤਕਾਲੀ ਐਡਵੋਕੇਟ ਜਨਰਲ ਐਚ.ਐਸ. ਮੱਤੇਵਾਲ ਨੂੰ ਰਿਕਾਰਡਿੰਗ ਦੀਆਂ ਸਾਰੀਆਂ ਸੀਡੀ ਅਤੇ ਰਿਪੋਰਟਾਂ ਦੇਣ ਦਾ ਸਖਤ ਨੋਟਿਸ ਲਿਆ ਹੈ। ਉਹਨਾਂ ਨੇ ਮੱਤੇਵਾਲ ਬਾਰੇ ਲਿਖਿਆ ਹੈ ਕਿ ਉਹਨਾਂ ਦਾ ਪੰਜਾਬ ਦੀ ਅਫਸਰਸ਼ਾਹੀ 'ਚ ਕੋਈ ਵਜੂਦ ਨਹੀਂ ਸੀ ਅਤੇ ਨਾ ਹੀ ਸੁਮੇਧ ਸਿੰਘ ਸੈਣੀ ਵੱਲੋਂ ਮਾਮਲੇ ਤੇ ਸਲਾਹ ਲੈਣ ਦਾ ਇਹ ਕੋਈ ਮੌਕਾ ਸੀ। ਜਸਟਿਸ ਠਾਕੁਰ ਨੇ ਲਿਖਿਆ ਹੈ ਕਿ ਵਿਜੀਲੈਂਸ ਬਿਊਰੋ ਨੂੰ ਨਿਗਰਾਨੀ ਹੇਠ ਵਿਅਕਤੀਆਂ ਸੰਬੰਧੀ ਰਿਪੋਰਟਾਂ ਅਫਸਰਸ਼ਾਹੀ ਦੀ ਕਤਾਰ ਦੇ ਸੀਨੀਅਰ ਅਧਿਕਾਰੀ ਨੂੰ ਸੌਂਪਣੀਆਂ ਚਾਹੀਦੀਆਂ ਸਨ, ਨਾ ਕਿ ਪੰਜਾਬ ਦੇ ਐਡਵੋਕੇਟ ਜਨਰਲ ਨੂੰ। ਜਸਟਿਸ ਠਾਕੁਰ ਨੇ ਅੱਗੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੁਮੇਧ ਸਿੰਘ ਸੈਣੀ ਖਿਲਾਫ ਹਿਰਾਸਤੀ ਮੌਤ ਦੇ ਮਾਮਲੇ 'ਚ ਸੀਬੀਆਈ ਜਾਂਚ ਦੇ ਨਿਰਦੇਸ਼ ਜਾਰੀ ਕੀਤੇ ਸਨ, ਜਿਸ 'ਚ ਸੈਣੀ ਕਥਿਤ ਦੋਸ਼ੀ ਸਨ ਤੇ ਫਿਰ ਐਡਵੋਕੇਟ ਜਨਰਲ ਐਚ.ਐਸ. ਮੱਤੇਵਾਲ ਪੰਜਾਬ ਸਰਕਾਰ ਦੀ ਤਰਫੋਂ ਸੁਪਰੀਮ ਕੋਰਟ 'ਚ ਪੇਸ਼ ਹੋਏ ਸਨ, ਜਿਨ੍ਹਾਂ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਸੁਮੇਧ ਸਿੰਘ ਸੈਣੀ ਇਸ ਮਾਮਲੇ 'ਚੋਂ ਬਰੀ ਹੋ ਚੁੱਕੇ ਨੇ। ਜਸਟਿਸ ਠਾਕੁਰ ਨੇ ਸੁਮੇਧ ਸਿੰਘ ਸੈਣੀ ਬਾਰੇ ਤਿੱਖੀ ਟਿੱਪਣੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਸੁਮੇਧ ਸਿੰਘ ਸੈਣੀ ਨੇ ਫੋਨ ਟੇਪ ਕਰਨ ਦੀ ਇਜਾਜ਼ਤ ਇਹ ਕਹਿ ਕੇ ਲਈ ਸੀ ਕਿ ਉਹ ਗੰਭੀਰ ਅਪਰਾਧਾਂ ਨੂੰ ਰੋਕਣ ਅਤੇ ਰਾਜ ਦੀ ਸੁਰੱਖਿਆ ਨੂੰ ਮਹਿਫੂਜ਼ ਰੱਖਣਾ ਚਾਹੁੰਦੇ ਨੇ। ਪਰ ਜਸਟਿਸ ਠਾਕੁਰ ਨੇ ਇਸ ਬਾਰੇ ਅੱਗੇ ਲਿਖਿਆ ਕਿ ਪੂਰੇ ਰਿਕਾਰਡ 'ਚ ਇਸ ਸੰਬੰਧ 'ਚ ਕੋਈ ਬਿਊਰਾ ਨਹੀਂ ਮਿਲਦਾ। ਜਸਟਿਸ ਠਾਕੁਰ ਨੇ ਇਹ ਵੀ ਲਿਖਿਆ ਕਿ ਅਜਿਹੇ ਕਿਹੜੇ ਹੰਗਾਮੀ ਹਾਲਾਤ ਪੈਦਾ ਹੋ ਗਏ ਸਨ ਕਿ ਉਹਨਾਂ ਨੂੰ ਇਹ ਇਜਾਜ਼ਤ ਲੈਣ ਦੀ ਲੋੜ ਪੈ ਗਈ। ਉਹਨਾਂ ਨੇ ਇਹ ਵੀ ਲਿਖਿਆ ਕਿ ਜਿਨ੍ਹਾਂ ਦੋ ਕਾਰਨਾਂ ਕਰਕੇ ਫੋਨ ਟੇਪ ਕਰਨ ਦੀ ਇਜਾਜ਼ਤ ਲਈ ਗਈ, ਉਹਨਾਂ ਤੇ ਕਿਸੇ ਤਰ੍ਹਾਂ ਦੀ ਵੀ ਅਗਲੀ ਕਾਰਵਾਈ ਨਹੀਂ ਕੀਤੀ ਗਈ। ਸੁਮੇਧ ਸਿੰਘ ਸੈਣੀ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਆਈਜੀ ਰਹਿੰਦਿਆਂ ਉਸ ਸਮੇਂ ਦੇ ਪ੍ਰਿੰਸੀਪਲ ਸਕੱਤਰ ਗ੍ਰਹਿ ਡਾਕਟਰ ਬੀ.ਸੀ. ਗੁਪਤਾ ਤੋਂ ਦੋ ਵਿਅਕਤੀਆਂ ਦੇ ਫੋਨ ਟੇਪ ਕਰਨ ਦੀ ਇਜਾਜ਼ਤ ਲਈ ਸੀ। ਇਹਨਾਂ ਦੋਹਾਂ ਵਿਅਕਤੀਆਂ ਦੇ ਫੋਨ 17 ਅਪ੍ਰੈਲ 2008 ਤੋਂ 3 ਮਹੀਨਿਆਂ ਤੋਂ ਜ਼ਿਆਦਾ ਸਮੇਂ ਲਈ ਨਿਗਰਾਨੀ ਹੇਠ ਰੱਖੇ ਗਏ, ਜੋ ਜੁਲਾਈ 2008 ਦੇ ਆਖਰੀ ਹਫ਼ਤੇ ਤੱਕ ਟੇਪ ਕੀਤੇ ਗਏ। ਪਰ ਵਿਜੀਲੈਂਸ ਬਿਊਰੋ ਨੇ ਸਤੰਬਰ ਦੇ ਅਖੀਰ ਤੱਕ ਤਤਕਾਲੀ ਮੁੱਖ ਸਕੱਤਰ ਨੂੰ ਉਸ ਸਮੇਂ ਤੱਕ ਕੋਈ ਰਿਪੋਰਟ ਪੇਸ਼ ਨਹੀਂ ਕੀਤੀ ਜਦ ਤੱਕ ਮੁੱਖ ਸਕੱਤਰ ਨੇ ਸੈਣੀ ਤੋਂ ਇਸ ਬਾਰੇ ਸਵਾਲ ਨਹੀਂ ਕੀਤਾ। ਜਨਵਰੀ 2009 ਦੀ ਚਿੱਠੀ 'ਚ ਜਸਟਿਸ ਠਾਕੁਰ ਨੇ ਕਿਹਾ ਕਿ ਜੇਕਰ ਵਿਜੀਲੈਂਸ ਬਿਊਰੋ ਨੇ ਟੈਲੀਫੋਨ ਗੱਲਬਾਤ ਨੂੰ ਰਿਕਾਰਡ ਕੀਤਾ ਸੀ ਤਾਂ ਉਸ ਬਾਰੇ ਰਿਪੋਰਟਾਂ ਸੀਨੀਅਰ ਅਧਿਕਾਰੀਆਂ ਨੂੰ ਨਾਲ ਦੀ ਨਾਲ ਦੇ ਦਿੱਤੀਆਂ ਜਾਣੀਆਂ ਚਾਹੀਦੀਆਂ ਸਨ। ਜਸਟਿਸ ਠਾਕੁਰ ਨੇ ਅੱਗੇ ਇਹ ਵੀ ਕਿਹਾ ਕਿ ਅਸਲੀਅਤ ਇਹ ਹੈ ਕਿ ਵਿਜੀਲੈਂਸ ਬਿਊਰੋ ਨੇ ਮੁੱਖ ਸਕੱਤਰ ਨੂੰ 29 ਸਤੰਬਰ 2008 ਤੱਕ ਇਹ ਰਿਪੋਰਟਾਂ ਪੇਸ਼ ਨਹੀਂ ਕੀਤੀਆਂ ਕਿ ਬਿਊਰੋ ਨੂੰ ਜਾਂਚ ਦੌਰਾਨ ਕੀ ਪਤਾ ਲੱਗਾ ਤੇ ਇਹਨਾਂ ਰਿਪੋਰਟਾਂ ਨੂੰ ਮੁੱਖ ਸਕੱਤਰ ਦੇ ਮੰਗੇ ਜਾਣ ਤੇ ਦੇਣਾ ਫੋਨ ਟੈਪਿੰਗ ਦੀ ਪੂਰੀ ਪ੍ਰਕਿਰਿਆ ਤੇ ਸ਼ੱਕ ਪੈਦਾ ਕਰਦਾ ਹੈ। ਜਸਟਿਸ ਠਾਕੁਰ ਨੇ ਆਪਣੀ ਚਿੱਠੀ 'ਚ ਲਿਖਿਆ ਕਿ ਸੁਪਰੀਮ ਕੋਰਟ ਦੇ ਉਸ ਵੇਲੇ ਦੇ ਚੀਫ ਜਸਟਿਸ ਕੇ.ਜੀ. ਬਾਲਾਕ੍ਰਿਸ਼ਨਨ ਨੇ 5 ਸਤੰਬਰ 2008 ਨੂੰ ਉਹਨਾਂ ਨੂੰ ਪੱਤਰ ਲਿਖਿਆ ਤੇ ਉਹਨਾਂ ਨੇ ਜਸਟਿਸ ਵਿਜੇਂਦਰ ਜੈਨ ਵੱਲੋਂ 14 ਜੂਨ 2008 ਨੂੰ ਜਸਟਿਸ ਮਹਿਤਾਬ ਸਿੰਘ ਗਿੱਲ ਖਿਲਾਫ ਭੇਜੀ ਗਈ ਸਿਫਾਰਿਸ਼ ਬਾਰੇ ਉਹਨਾਂ ਦੀ ਰਾਏ ਮੰਗੀ ਹੈ। ਜਸਟਿਸ ਠਾਕੁਰ ਨੇ ਲਿਖਿਆ ਕਿ ਉਸ ਸਮੇਂ ਤੱਕ ਨਾ ਤਾਂ ਪੰਜਾਬ ਦੇ ਮੁੱਖ ਸਕੱਤਰ ਰਮੇਸ਼ ਇੰਦਰ ਸਿੰਘ, ਗ੍ਰਹਿ ਸਕੱਤਰ ਡਾਕਟਰ ਬੀ.ਸੀ. ਗੁਪਤਾ ਤੇ ਨਾ ਹੀ ਪੰਜਾਬ ਪੁਲਿਸ ਮੁਖੀ ਐਨ.ਪੀ.ਐਸ. ਔਲਖ ਨੂੰ ਸੁਮੇਧ ਸਿੰਘ ਸੈਣੀ ਵੱਲੋਂ ਫੋਨ ਟੇਪ ਕਰਨ ਬਾਰੇ ਕੋਈ ਜਾਣਕਾਰੀ ਸੀ। ਸੁਪਰੀਮ ਕੋਰਟ ਦੇ ਉਸ ਵੇਲੇ ਦੇ ਚੀਫ ਜਸਟਿਸ ਨੂੰ ਲਿਖੀ ਚਿੱਠੀ 'ਚ ਜਸਟਿਸ ਠਾਕੁਰ ਨੇ ਜਸਟਿਸ ਮਹਿਤਾਬ ਸਿੰਘ ਗਿੱਲ ਨੂੰ ਪਾਕ ਸਾਫ਼ ਕਰਾਰ ਦਿੱਤਾ ਹੈ। ਜਸਟਿਸ ਠਾਕੁਰ ਨੇ ਜਸਟਿਸ ਮਹਿਤਾਬ ਸਿੰਘ ਗਿੱਲ ਵੱਲੋਂ ਹਾਈ ਕੋਰਟ ਦੇ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਹੈ। ਜਸਟਿਸ ਠਾਕੁਰ ਨੇ ਲਿਖਿਆ ਕਿ ਸੀਡੀਜ਼ ਅਤੇ ਰਿਪੋਰਟਾਂ 'ਚ ਅਜਿਹੀ ਕੋਈ ਗੱਲਬਾਤ ਨਹੀਂ ਮਿਲਦੀ ਜਿਸ 'ਚ ਜਸਟਿਸ ਗਿੱਲ ਨੂੰ ਕਟਹਿਰੇ 'ਚ ਖੜਾ ਕੀਤਾ ਜਾ ਸਕੇ। ਜਸਟਿਸ ਠਾਕੁਰ ਨੇ ਕਿਹਾ ਕਿ ਗੱਲਬਾਤ ਹੋਰਨਾਂ ਵਿਅਕਤੀਆਂ ਨਾਲ ਸੀ ਅਤੇ ਇਸ ਮਾਮਲੇ ਦੀ ਮੁਕੰਮਲ ਜਾਂਚ ਕੀਤੇ ਬਿਨਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਗੱਲਬਾਤ ਯਕੀਨ ਕਰਨ ਦੇ ਲਾਇਕ ਹੈ। ਜਸਟਿਸ ਠਾਕੁਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਉਹਨਾਂ ਤੋਂ ਪਹਿਲਾਂ ਰਹੇ ਚੀਫ ਜਸਟਿਸ ਵਿਜੇਂਦਰ ਜੈਨ ਨਾਲ ਵੀ ਅਸਹਿਮਤੀ ਪ੍ਰਗਟ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜਸਟਿਸ ਜੈਨ ਨੇ ਅਜਿਹੀਆਂ ਰਿਪੋਰਟਾਂ ਨੂੰ ਤਰਜੀਹ ਦਿੱਤੀ ਹੈ ਜੋ ਸ਼ੱਕੀ ਸਨ। ਉਹਨਾਂ ਨੇ ਕਿਹਾ ਕਿ ਮੇਰੇ ਤੋਂ ਪਹਿਲਾਂ ਰਹੇ ਚੀਫ ਜਸਟਿਸ ਵੱਲੋਂ ਭੇਜੀ ਜਾਣਕਾਰੀ ਸ਼ੱਕ ਤੋਂ ਪਰੇ ਨਹੀਂ ਤੇ
ਉਸ ਦੇ ਆਧਾਰ ਤੇ ਹਾਈ ਕੋਰਟ ਦੇ ਮੌਜੂਦਾ ਜੱਜ ਤੇ ਗੁਨਾਹ ਕਰਨ ਦਾ ਫੈਸਲਾ ਨਹੀਂ ਲਿਆ ਜਾ ਸਕਦਾ। ਉਹਨਾਂ ਨੇ ਕਿਹਾ ਕਿ ਅਜਿਹਾ ਕੋਈ ਕਾਰਨ ਨਹੀਂ ਬਣਦਾ ਕਿ ਉਹ ਜਸਟਿਸ ਗਿੱਲ ਖਿਲਾਫ ਟ੍ਰਾਂਸਫਰ ਜਾਂ ਕੋਈ ਹੋਰ ਕਾਰਵਾਈ ਦੀ ਸਿਫਾਰਿਸ਼ ਕਰਨ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਵਾਪਸ ਆਉਣ ਤੇ ਅਸੀਂ ਦੇਖਾਂਗੇ ਕਿ ਫੋਨ ਟੇਪ ਕਰਨ ਦਾ ਪੂਰਾ ਮਾਮਲਾ ਕਿਵੇਂ ਸਾਹਮਣੇ ਆਇਆ। ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਪੰਜਾਬ ਵਿਜੀਲੈਂਸ ਬਿਊਰੋ ਦੇ ਆਈਜੀ ਸੁਮੇਧ ਸਿੰਘ ਸੈਣੀ ਵੱਲੋਂ 2 ਵਿਅਕਤੀਆਂ ਦੇ ਟੈਲੀਫੋਨ ਟੇਪ ਕਰਨ ਦਾ ਮਾਮਲਾ ਕੁਝ ਜੱਜਾਂ ਨੂੰ ਬਦਨਾਮ ਕਰਨ ਦੀ ਗਿਣੀ ਮਿਥੀ ਸਾਜ਼ਿਸ਼ ਜਾਪਦੀ ਹੈ ਤਾਂ ਜੋ ਜੱਜਾਂ ਦੀ ਤਰੱਕੀ ਅਤੇ ਉਹਨਾਂ ਦੀ ਚੁਣਨ ਦੀ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਇਸ ਸਾਰੇ ਮਾਮਲੇ ਦਾ ਅਪ੍ਰੈਲ 2008 ਤੋਂ ਸ਼ੁਰੂ ਹੋ ਕੇ ਇੰਜ ਖੁਲਾਸਾ ਹੋਇਆ। 17 ਅਪ੍ਰੈਲ 2008 ਪੰਜਾਬ ਵਿਜੀਲੈਂਸ ਬਿਊਰੋ ਦੇ ਤਤਕਾਲੀ ਆਈਜੀ ਸੁਮੇਧ ਸਿੰਘ ਸੈਣੀ ਦੀ ਅਗਵਾਈ 'ਚ 2 ਵਿਅਕਤੀਆਂ ਰਾਮ ਲਾਲ ਅਤੇ ਇੱਕ ਅਗਿਆਤ ਵਿਅਕਤੀ ਦੇ ਟੈਲੀਫੋਨਾਂ ਤੇ ਨਿਗਰਾਨੀ ਰੱਖੀ ਜਾਣ ਲੱਗੀ। ਅਪ੍ਰੈਲ 2008 ਦਿਲਚਸਪ ਗੱਲ ਇਹ ਹੈ ਕਿ ਸੁਮੇਧ ਸਿੰਘ ਸੈਣੀ ਵੱਲੋਂ ਟੈਲੀਫੋਨ ਟੇਪ ਉਸ ਸਮੇਂ ਕੀਤੇ ਗਏ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਕਾਲਜੀਅਮ ਦੀਆਂ ਬੈਂਚ ਨੂੰ ਜੱਜਾਂ ਦੀ ਤਰੱਕੀ ਬਾਰੇ ਨਾਵਾਂ ਦੀ ਸਿਫਾਰਿਸ਼ ਕਰਨ ਲਈ ਮੀਟਿੰਗਾਂ ਸ਼ੁਰੂ ਹੋਈਆਂ। ਜਿਵੇਂ ਹੀ ਇਸ ਪ੍ਰਕਿਰਿਆ ਨੇ ਜ਼ੋਰ ਫੜਿਆ ਤਾਂ ਕੁਝ ਨਾਵਾਂ ਦੀ ਸਿਫਾਰਿਸ਼ ਨੂੰ ਲੈ ਕੇ ਕਾਲਜੀਅਮ ਦੇ ਮੈਂਬਰਾਂ ਵਿਚਕਾਰ ਬਾਹਰੀ ਦਖਲ ਅੰਦਾਜ਼ੀ ਦੇ ਕਾਰਨਾਂ ਪਿੱਛੇ ਮਤਭੇਦ ਉੱਭਰ ਕੇ ਆਏ। ਸਮਝਿਆ ਜਾਂਦਾ ਕਿ ਜਸਟਿਸ MS ਗਿੱਲ ਅਤੇ ਕਾਲਜੀਅਮ ਦੇ ਇੱਕ ਹੋਰ ਮੈਂਬਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਤਤਕਾਲੀ ਚੀਫ ਜਸਟਿਸ ਵਿਜੇਂਦਰ ਜੈਨ ਦੀ ਰਾਏ ਨਾਲ ਇਤਫਾਕ ਰੱਖਣ ਤੋਂ ਇਨਕਾਰ ਕਰ ਦਿੱਤਾ। 29 ਅਪ੍ਰੈਲ 10 ਮਈ 29 ਮਈ 3 ਜੂਨ 5 ਜੂਨ ਤੇ 25 ਜੁਲਾਈ 2008 ਪੰਜਾਬ ਵਿਜੀਲੈਂਸ ਬਿਊਰੋ ਨੇ ਰਾਮ ਲਾਲ ਅਤੇ ਦੂਜੇ ਅਣਪਛਾਤੇ ਵਿਅਕਤੀ ਦੀ ਗੱਲਬਾਤ ਦੀਆਂ ਆਡੀਓ ਤੇ ਵੀਡੀਓ ਰਿਕਾਰਡਿੰਗ ਦੀਆਂ 6 ਰਿਪੋਰਟਾਂ ਤਿਆਰ ਕੀਤੀਆਂ। 25 ਜੁਲਾਈ 2008 ਨੂੰ ਅੰਤਮ ਟਾਪ ਸੀਕ੍ਰੇਟ ਰਿਪੋਰਟ 'ਚ ਸੁਮੇਧ ਸਿੰਘ ਸੈਣੀ ਨੇ ਲਿਖਿਆ ਕਿ 2 ਵਿਅਕਤੀਆਂ ਦੇ ਟੈਲੀਫੋਨ ਨੰਬਰ 17 ਅਪ੍ਰੈਲ 2008 ਤੋਂ ਟੇਪ ਕੀਤੇ ਗਏ ਤਾਂ ਜੋ ਗੰਭੀਰ ਅਪਰਾਧਾਂ ਨੂੰ ਰੋਕਿਆ ਜਾ ਸਕੇ ਤੇ ਸੂਬੇ ਦੀ ਸੁਰੱਖਿਆ ਨੂੰ ਪੈਦਾ ਹੋਏ ਖਤਰੇ ਬਾਰੇ ਪੜਤਾਲ ਕੀਤੀ ਜਾ ਸਕੇ। ਇਹ ਨੋਟ ਕਿਸ ਨੂੰ ਭੇਜਿਆ ਗਿਆ ਇਸ ਦਾ ਕੋਈ ਪਤਾ ਨਹੀਂ। ਸੁਮੇਧ ਸਿੰਘ ਸੈਣੀ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਟੈਲੀਫੋਨ ਟੇਪ ਕਰਨ ਦੌਰਾਨ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਹੇਠਲੀ ਨਿਆਂਪਾਲਕਾਂ ਨਾਲ ਸੰਬੰਧਿਤ ਕੁਝ ਗੰਭੀਰ ਗੱਲਾਂ ਵੀ ਸਾਹਮਣੇ ਆਈਆਂ ਨੇ। ਮੁੱਖ ਤੌਰ ਤੇ ਇਹਨਾਂ 'ਚ ਇਹ ਗੱਲਾਂ ਸ਼ਾਮਲ ਨੇ: ਕੁਝ ਖਾਸ ਮਾਮਲਿਆਂ 'ਚ ਗਲਤ ਹੱਥਕੰਡੇ ਅਪਣਾਏ ਜਾਣਾ, ਜੱਜਾਂ ਦੀ ਨਿਯੁਕਤੀ ਸੰਬੰਧੀ ਗੱਲਬਾਤ, ਮਾਨਯੋਗ ਹਾਈ ਕੋਰਟ 'ਚ ਕੁਝ ਖਾਸ ਕੇਸਾਂ ਨੂੰ ਵਿਸ਼ੇਸ਼ ਬੈਂਚ ਅੱਗੇ ਸੁਣਵਾਈ ਲਈ ਲਗਾਉਣ ਨਾਲ ਛੇੜਖਾਨੀ ਤੇ ਹੇਠਲੀ ਨਿਆਂਪਾਲਕਾਂ 'ਚ ਗਲਤ ਹੱਥਕੰਡਿਆਂ ਦੀ ਵਰਤੋਂ। ਵਿਜੀਲੈਂਸ ਬਿਊਰੋ ਨੇ 29 ਅਪ੍ਰੈਲ 2008 ਨੂੰ ਸੌਂਪੀ ਆਪਣੀ ਮੁੱਢਲੀ ਰਿਪੋਰਟ 'ਚ ਨਿਆਇਕ ਗੈਰ ਜ਼ਿੰਮੇਵਾਰਾਨਾ ਵਤੀਰੇ ਦੇ 8 ਉਦਾਹਰਣ ਪੇਸ਼ ਕੀਤੇ। ਇਸ ਤੋਂ ਬਾਅਦ 10 ਮਈ 2008 ਨੂੰ ਪੇਸ਼ ਕੀਤੀ ਗਈ ਸੰਖੇਪ ਸਪਲੀਮੈਂਟਰੀ ਰਿਪੋਰਟ 'ਚ 2 ਹੋਰ ਵਾਕਿਆ ਜੋੜੇ ਗਏ। 2 ਵਿਅਕਤੀਆਂ ਵਿਚਕਾਰ ਹੋਈ ਗੱਲਬਾਤ ਦੇ ਆਧਾਰ ਤੇ ਤਿਆਰ ਵਿਜੀਲੈਂਸ ਬਿਊਰੋ ਦੀਆਂ 6 ਰਿਪੋਰਟਾਂ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 9 ਜੱਜਾਂ ਦੇ ਨਾਮ ਸਾਹਮਣੇ ਆਏ। ਰਿਕਾਰਡ ਕੀਤੀ ਗਈ ਗੱਲਬਾਤ 'ਚ ਕਿਸੇ ਵੀ ਜੱਜ ਨੂੰ ਇਸ ਦੀ ਜਾਣਕਾਰੀ ਨਹੀਂ ਸੀ ਕਿ ਉਹਨਾਂ ਬਾਰੇ ਕੀ ਕਿਹਾ ਜਾ ਰਿਹਾ ਹੈ। ਅੰਤਮ ਰਿਪੋਰਟ 'ਚ ਸੁਮੇਧ ਸਿੰਘ ਸੈਣੀ ਨੇ ਕਿਹਾ ਕਿ ਫੋਨ ਟੇਪ ਕਰਨ ਦਾ ਕੰਮ ਮੁਕੰਮਲ ਹੋ ਗਿਆ ਤੇ ਹੁਣ ਫੋਨ ਟੇਪ ਕਰਨ ਦੀ ਕਾਰਵਾਈ ਨੂੰ ਰੋਕ ਦਿੱਤਾ ਗਿਆ। ਸੁਮੇਧ ਸਿੰਘ ਸੈਣੀ ਨੇ ਇਹ ਰਿਪੋਰਟਾਂ ਤਤਕਾਲੀ ਐਡਵੋਕੇਟ ਜਨਰਲ HS ਮੱਤੇਵਾਲ ਨੂੰ ਸੌਂਪ ਦਿੱਤੀਆਂ। ਪੰਜਾਬ ਵਿਜੀਲੈਂਸ ਬਿਊਰੋ ਦਾ ਮੁਖੀ ਹੋਣ ਦੇ ਨਾਤੇ ਸੁਮੇਧ ਸਿੰਘ ਸੈਣੀ ਪੰਜਾਬ ਦੇ ਮੁੱਖ ਸਕੱਤਰ ਰਮੇਸ਼ ਇੰਦਰ ਸਿੰਘ ਨੂੰ ਜਵਾਬਦੇਹ ਸਨ, ਪਰ ਉਹਨਾਂ ਨੇ ਅਫਸਰਸ਼ਾਹੀ ਦੇ ਅਸੂਲ ਨੂੰ ਤੋੜ ਕੇ ਇਹ ਰਿਪੋਰਟਾਂ ਮੱਤੇਵਾਲ ਨੂੰ ਭੇਜ ਦਿੱਤੀਆਂ, ਜਿਨ੍ਹਾਂ ਦਾ ਪੰਜਾਬ ਦੀ ਅਫਸਰਸ਼ਾਹੀ 'ਚ ਕੋਈ ਵਜੂਦ ਹੀ ਨਹੀਂ ਸੀ। ਅਸੂਲ ਦੀ ਉਲੰਘਣਾ ਕਰਦਿਆਂ HS ਮੱਤੇਵਾਲ ਨੇ ਇਹਨਾਂ ਰਿਪੋਰਟਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਤਤਕਾਲੀ ਚੀਫ ਜਸਟਿਸ ਵਿਜੇਂਦਰ ਜੈਨ ਨੂੰ ਸੌਂਪ ਦਿੱਤੀਆਂ, ਜਿਨ੍ਹਾਂ ਨੇ ਐਡਵੋਕੇਟ ਜਨਰਲ ਤੋਂ ਰਿਪੋਰਟਾਂ ਲੈਣ ਸਮੇਂ ਅਸੂਲ ਟੁੱਟਣ ਦੀ ਗੱਲ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। 14 ਜੂਨ 2008 ਜਸਟਿਸ ਵਿਜੇਂਦਰ ਜੈਨ ਨੇ ਇਹਨਾਂ ਰਿਪੋਰਟਾਂ ਨੂੰ ਆਪਣੀ ਰਿਟਾਇਰਮੈਂਟ ਤੋਂ ਠੀਕ ਪਹਿਲਾਂ ਸੁਪਰੀਮ ਕੋਰਟ ਦੇ ਤਤਕਾਲੀ ਚੀਫ ਜਸਟਿਸ KG ਬਾਲਾਕ੍ਰਿਸ਼ਨ ਨੂੰ ਭੇਜ ਦਿੱਤਾ ਤੇ ਸਿਫਾਰਿਸ਼ ਕੀਤੀ ਕਿ ਜਸਟਿਸ MS ਗਿੱਲ ਖਿਲਾਫ ਕਾਰਵਾਈ ਕੀਤੀ ਜਾਵੇ। 5 ਸਤੰਬਰ 2008 ਜਸਟਿਸ ਵਿਜੇਂਦਰ ਜੈਨ ਦੀ ਸਿਫਾਰਿਸ਼ ਨੂੰ ਸਵੀਕਾਰ ਕਰਨ ਦੀ ਬਜਾਏ ਜਸਟਿਸ KG ਬਾਲਾਕ੍ਰਿਸ਼ਨ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਉਹਨਾਂ ਦੀ ਥਾਂ ਤੇ ਬਣੇ ਨਵੇਂ ਚੀਫ ਜਸਟਿਸ TS ਠਾਕੁਰ ਤੋਂ ਰਾਏ ਲੈਣ ਦਾ ਫੈਸਲਾ ਲਿਆ। 11 ਜਨਵਰੀ 2009 ਜਸਟਿਸ TS ਠਾਕੁਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਵੇਂ ਚੀਫ ਜਸਟਿਸ ਵਜੋਂ ਇਸ ਸਾਰੇ ਮਾਮਲੇ ਨੂੰ ਘੋਖਿਆ ਤੇ 9 ਪੰਨਿਆਂ ਦੀ ਚਿੱਠੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਲਿਖੀ। 6 ਜੁਲਾਈ 2009 ਇਸ ਦੌਰਾਨ ਜਸਟਿਸ ਬਾਲਾਕ੍ਰਿਸ਼ਨ ਨੇ ਦਾ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਮਨੀਸ਼ ਛੇਬੜ ਨੂੰ ਨਵੀਂ ਦਿੱਲੀ 'ਚ ਦੱਸਿਆ ਕਿ ਉਹਨਾਂ ਨੂੰ ਜਸਟਿਸ ਵਿਜੇਂਦਰ ਜੈਨ ਵੱਲੋਂ ਲਿਖੀ ਚਿੱਠੀ ਮਿਲੀ ਸੀ। ਜਸਟਿਸ ਬਾਲਾਕ੍ਰਿਸ਼ਨ ਨੇ ਕਿਹਾ ਕਿ ਜਸਟਿਸ ਵਿਜੇਂਦਰ ਜੈਨ 2 ਹਫ਼ਤਿਆਂ ਤੋਂ ਵੀ ਘੱਟ ਸਮੇਂ ਅੰਦਰ ਰਿਟਾਇਰ ਹੋਣ ਵਾਲੇ ਸਨ ਤੇ ਇਸ ਕਰਕੇ
ਸੁਪਰੀਮ ਕੋਰਟ ਦੀ ਕਮੇਟੀ ਨੇ ਤੈਅ ਕੀਤਾ ਹੈ ਕਿ ਉਹਨਾਂ ਦੀ ਥਾਂ ਤੇ ਆਉਣ ਵਾਲੇ ਨਵੇਂ ਚੀਫ ਜਸਟਿਸ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਤੇ ਉਹਨਾਂ ਕੋਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਉੱਤੇ ਰਾਏ ਲੈਣੀ ਚਾਹੀਦੀ ਹੈ। ਇਸ ਕਰਕੇ ਜਦੋਂ ਜਸਟਿਸ ਟੀ.ਐਸ. ਠਾਕੁਰ ਕੋਲੋਂ ਰਾਏ ਮੰਗੀ ਗਈ ਤਾਂ ਉਹਨਾਂ ਨੇ ਲਿਖਿਆ ਕਿ ਜਸਟਿਸ ਐਮ.ਐਸ. ਗਿੱਲ ਖਿਲਾਫ ਲਾਏ ਗਏ ਦੋਸ਼ ਠੀਕ ਨਹੀਂ ਨੇ। ਉਹਨਾਂ ਅੱਗੇ ਕਿਹਾ ਕਿ ਪੰਜਾਬ 'ਚ ਸਿਆਸਤ ਭਾਰੂ ਹੈ ਤੇ ਫੋਨ ਟੈਪਿੰਗ ਉਸ ਦਾ ਵੀ ਨਤੀਜਾ ਹੋ ਸਕਦੀ ਹੈ। ਜਸਟਿਸ ਟੀ.ਐਸ. ਠਾਕੁਰ ਦੀ ਚਿੱਠੀ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਪੂਰੀ ਯੋਜਨਾ ਦੇ ਤਹਿਤ ਕੁਝ ਜੱਜਾਂ ਤੇ ਹੋਰ ਵਿਅਕਤੀਆਂ ਦੇ ਬਾਰੇ ਗਲਤ ਪ੍ਰਚਾਰ ਕਰਨ ਦੀ ਕੋਸ਼ਿਸ਼ ਇਸ ਕਰਕੇ ਕੀਤੀ ਗਈ ਕਿਉਂਕਿ ਉਹ ਰਾਜ ਦੇ ਅਹੁਦਿਆਂ ਉੱਤੇ ਬੈਠੇ ਲੋਕਾਂ ਦੇ ਮਨਸੂਬਿਆਂ 'ਚ ਰੋੜਾ ਅਟਕਾ ਰਹੇ ਸਨ। ਪਰ ਕੀ ਇਸ ਯੋਜਨਾ ਦੀ ਸਾਜ਼ਿਸ਼ ਰਚਣ ਵਾਲਿਆਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਦੇ ਰੁਤਬੇ ਨੂੰ ਨੁਕਸਾਨ ਪਹੁੰਚਾਉਣ ਲਈ ਮੀਡੀਆ ਦੇ ਇੱਕ ਹਿੱਸੇ ਦੀ ਵੀ ਵਰਤੋਂ ਕੀਤੀ? ਇਸ ਤੋਂ ਕੁਝ ਇੰਝ ਹੀ ਲੱਗਦਾ ਹੈ। ਇੱਕ ਮੰਨੇ ਪਰਮੰਨੇ ਰੋਜ਼ਾਨਾ ਅਖਬਾਰ ਨੇ ਆਪਣੇ 4 ਜੂਨ 2009 ਦੇ ਅੰਕ 'ਚ ਪਹਿਲੇ ਪੰਨੇ ਉੱਤੇ ਟੈਲੀਫੋਨ ਟੈਪਿੰਗ ਬਾਰੇ ਵਿਜੀਲੈਂਸ ਬਿਊਰੋ ਦੀਆਂ ਰਿਪੋਰਟਾਂ ਨੂੰ ਖਾਸ ਤੌਰ ਤੇ ਛਾਪਿਆ। ਜ਼ਿਕਰਯੋਗ ਹੈ ਕਿ ਉਸ ਵੇਲੇ ਤੱਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਵੇਂ ਚੀਫ ਜਸਟਿਸ ਟੀ.ਐਸ. ਠਾਕੁਰ ਇਹਨਾਂ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਨਕਾਰ ਚੁੱਕੇ ਸਨ ਤੇ ਆਪਣੀ ਰਿਪੋਰਟ ਸੁਪਰੀਮ ਕੋਰਟ ਦੇ ਤਤਕਾਲੀ ਚੀਫ ਜਸਟਿਸ ਕੇ.ਜੀ. ਬਾਲਾਕ੍ਰਿਸ਼ਨਨ ਨੂੰ ਭੇਜ ਚੁੱਕੇ ਸਨ। ਕੁਝ ਦਿਨਾਂ ਬਾਅਦ ਉਸੇ ਅਖਬਾਰ 'ਚ ਐਚ.ਐਸ. ਮਤੇਵਾਲ ਨੇ ਲਾਅ ਇਨ ਦਾ ਡਾਕ ਸਿਰਲੇਖ ਹੇਠ ਇੱਕ ਲੇਖ ਲਿਖਿਆ ਜਿਸ 'ਚ ਉਹਨਾਂ ਨੇ ਕਿਹਾ ਕਿ ਪੰਜਾਬ ਵਿਜੀਲੈਂਸ ਬਿਊਰੋ ਦੀ ਆਡੀਓ ਵੀਡੀਓ ਸਬੂਤਾਂ ਦੇ ਆਧਾਰ ਤੇ ਰਿਪੋਰਟ ਨੂੰ ਪੜ੍ਹ ਕੇ ਕਿਸੇ ਵੀ ਵਿਅਕਤੀ ਦਾ ਪਹਿਲਾ ਪ੍ਰਤੀਕਰਮ ਹੋਵੇਗਾ ਕਿ ਇਟ ਇਜ਼ ਸ਼ੌਕਿੰਗ, ਆਊਟਰੇਜਸ ਐਂਡ ਅਨਬਲੀਵੇਬਲ, ਯਾਨੀ ਹਿਲਾ ਦੇਣ ਵਾਲੀ ਤੇ ਹੈਰਾਨ ਕਰ ਦੇਣ ਵਾਲੀ। ਹੈਰਾਨੀ ਜ਼ਾਹਰ ਕਰਨ ਵਾਲੇ ਸ਼੍ਰੀ ਮਤੇਵਾਲ ਇਹ ਦੱਸਣਾ ਭੁੱਲ ਗਏ ਕਿ ਉਹ ਆਪ ਹੀ ਵਿਜੀਲੈਂਸ ਬਿਊਰੋ ਦੇ ਮੁਖੀ ਸੁਮੇਧ ਸਿੰਘ ਸੈਣੀ ਕੋਲੋਂ ਫੋਨ ਟੇਪਿੰਗ ਦੀਆਂ ਇਹ ਰਿਪੋਰਟਾਂ ਲੈ ਕੇ ਜਸਟਿਸ ਵਿਜੇਂਦਰ ਜੈਨ ਕੋਲ ਗਏ ਸਨ। ਹਾਲਾਂਕਿ ਉਹਨਾਂ ਦੀ ਪੰਜਾਬ ਦੀ ਅਫਸਰਸ਼ਾਹੀ 'ਚ ਕੋਈ ਹੈਸੀਅਤ ਨਹੀਂ ਸੀ ਤੇ ਉਹਨਾਂ ਦਾ ਆਪਣਾ ਪ੍ਰਤੀਕਰਮ ਹੀ ਗੈਰ ਕਾਨੂੰਨੀ ਸੀ। ਹਰਪਾਲ ਸਿੰਘ ਅਤੇ ਰਿਸ਼ਪਾਲ ਦਸਕੋਤਰਾ ਨੇ ਨੋਇਡਾ 'ਚ ਜਸਟਿਸ ਵਿਜੇਂਦਰ ਜੈਨ ਨਾਲ ਮੁਲਾਕਾਤ ਕੀਤੀ ਤੇ ਫੋਨ ਟੈਪਿੰਗ ਮਾਮਲੇ ਤੇ ਜਸਟਿਸ ਐਮ.ਐਸ. ਗਿੱਲ ਖਿਲਾਫ ਵਿਵਾਦਤ ਸਿਫਾਰਿਸ਼ ਬਾਰੇ ਕੁਝ ਅਹਿਮ ਸਵਾਲ ਕੀਤੇ। Some conversations which are happening between people around the judges, not the judges themselves, and I think on your initiative, their phones were apparently monitored by the Vigilance Bureau, and you sent a report to the Chief Justice of India at that time, and there are certain recommendations which were made, which were turned down by Justice K.G. Balakrishnan. Whatever I did, I forgot after debuting office. But It's up to them, and whatever I thought best for the institution, I did. But thereafter was after retired. Was it not an extraordinary step to take for fellow judges to be monitored through people around them? You see, whatever I did in Punjab and Haryana, only one thing was paramount in my mind: the dignity of the judicial institutions, the people's faith in the institution. So whatever best I could do to safeguard the interest of a judge, the institutions, I did it. But after debuting office, I forgot everything. You headed the judiciary for 2 states, and there was the executive. The head of judiciary in the state depended on the executive to check on part of this pillar only. No. So that's why I'm saying it was. No, I never allowed anybody to tape the telephone of a judge. Never. People around the judges. Never. This was done by the Vigilance Bureau, headed by an officer who has cases of disappearances for which he is being tried by the CBI. No, but I didn't depend on the report of the Vigilance Bureau. I may tell you that much. The criticism was that this entire extraordinary measure was undertaken to sabotage the collegium system, and it was an impropriety of some nature. पंजाब गवर्नमेंट बहुत हॉस्टाइल थी उन जज के लिए, ठीक है, ये तो आपको मालूम ही है, और आपने खुद ही बताया कि विजिलेंस वाले कर रहे थे, और मेरे पास भी वो इनपुट वाज वन ऑफ द इनपुट्स। अब 2 चीजें हैं, एक तो यहाँ पर अच्छा उनका भी जो एटीट्यूड था वो बड़ा एंटी एक पर्टिकुलर व्यक्ति के लिए था जो नहीं होना चाहिए। मैंने कई बार समझाया भी उनको, मैंने कहा तुम्हें क्या लेना देना, तुम जब तक जज हो अपनी जजी करो, डोंट इन्वॉल्व योरसेल्फ टू मच इनटू इट। एनीहाउ दैट्स अ डिफरेंट थिंग, दैट वाज पर्सनल। अब 2 चीजें हैं, या तो वो एलिगेशन पब्लिक में आए और वो जज कहे, जो अखबारों में डेली होता है, जज कहे कि नहीं मेरा तो कोई संबंध नहीं है, और या मैं कहूं कि उनको उनका 1.5 साल सिर्फ रह गया है, कहीं दूसरी जगह उनको भेज दो जिससे सारी कंट्रोवर्सी खत्म हो जाए।
My decision was not to hurt him. My decision was just to save him for unnecessarily controversy which will be generated. अगर मैं उस कंट्रोवर्सी को उस समय इरप्ट होने देता कि ये सैनी लगा हुआ है, मतेवार लगा हुआ है, बादल सरकार लगी हुई है उस जज के खिलाफ, और वो जज कह रहा है मेरा तो कोई मतलब ही नहीं है, तो किसी ने उस जज की बात नहीं सुननी थी. एक सेक्शन जो उसको बिलीव करता उसकी सुनता, बाकी मीडिया में खूब छपना था. और मैंने यही लिखा था, मैंने कहा वी शुड नॉट अलाउ दिस टू हैपन, कि वो हाँ कहे, उसका इंटरव्यू ले, लोग उससे क्वेश्चन कन्फ्रंट करें, उसके ऊपर कोई इंक्वायरी करे. इसलिए बेटर ये है उसके इंटरेस्ट के अंदर कि इसको यहां से कहीं नजदीक भेज दो, विच पीपल डू नॉट नो. अब मुझे मालूम है कि वो जो कर रहा था अपना ये जो सैनी है ना, अभी वही है, सुनील सैनी के क्रेडेंशियल्स कोई अपने को बहुत अच्छे थे नहीं, तो इसलिए मैंने कहा है कि वो दैट वाज वन ऑफ द इनपुट्स. Were you disappointed when you noticed that the recommendation was not accepted? That was not in my hand. But did it disappoint you? Did not. As you see, a karma yogi is one who has to look to his action, not to see the result. What Gita says, karmanasya adhikare ma phaleshu kadachana. So you do your duties. ਡੇ ਐਂਡ ਨਾਈਟ ਨਿਊਜ਼ ਨੇ ਇਸ ਪੂਰੇ ਮਾਮਲੇ ਬਾਰੇ ਜਸਟਿਸ MS ਗਿੱਲ ਨਾਲ ਚੰਡੀਗੜ੍ਹ 'ਚ ਗੱਲਬਾਤ ਕੀਤੀ. ਆਓ ਸੁਣਦੇ ਹਾਂ ਉਹਨਾਂ ਨੇ ਕੀ ਕਿਹਾ. Justice Thakur, T.S. Thakur, who was the then Chief Justice of the Punjab Haryana High Court, now a judge of the Supreme Court, inquired into this matter in detail as per information I have gathered, and he had trashed all these tapes and threw them into the dustbin. Justice Thakur's report is a report which is speaking for itself. I have retired now. Beyond this, I do not want to say anything. ਡੇ ਐਂਡ ਨਾਈਟ ਨਿਊਜ਼ ਦੇ ਪੱਤਰਕਾਰ ਗੁਰਪ੍ਰੀਤ ਸਿੰਘ ਚੀਨਾ ਨੇ ਦੋ ਵਿਅਕਤੀਆਂ ਨਿਰਮਲਦੀਪ ਸਿੰਘ ਅਤੇ ਮਨਜੀਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ. ਦੋਵਾਂ ਦਾ ਜ਼ਿਕਰ ਵਿਜੀਲੈਂਸ ਬਿਊਰੋ ਦੀਆਂ ਰਿਪੋਰਟਾਂ 'ਚ ਆਇਆ. ਉਹ ਦੋਵੇਂ ਨਿਗਰਾਨੀ ਹੇਠਲੇ ਦੋ ਵਿਅਕਤੀਆਂ ਜਿਨ੍ਹਾਂ ਨੂੰ ਵਿਜੀਲੈਂਸ ਰਿਪੋਰਟਾਂ 'ਚ P1 ਅਤੇ P2 ਕਿਹਾ ਗਿਆ ਨਾਲ ਗੱਲਬਾਤ ਕਰਦੇ ਰਹੇ. ਮੈਂ ਮਨਜੀਤ ਸਿੰਘ ਮਾਨ ਨੂੰ ਮੋਗਾ 'ਚ ਮਿਲਿਆ ਸਾਂ. ਉਹ ਮੋਗਾ 'ਚ ਸਥਾਨਕ ਪੱਧਰ ਦੇ ਯੂਥ ਕਾਂਗਰਸ ਆਗੂ ਹਨ. ਉਹਨਾਂ ਦਾ ਆਪਣਾ ਕਾਰੋਬਾਰ ਹੈ ਅਤੇ ਨਾਲ ਹੀ ਆਪਣੇ ਪਰਿਵਾਰ ਦੀ ਖੇਤੀਬਾੜੀ ਦੇ ਕੰਮ ਵਿੱਚ ਹੱਥ ਵਟਾਉਂਦੇ ਹਨ. ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਫੋਨ ਵਿਜੀਲੈਂਸ ਬਿਊਰੋ ਦੁਆਰਾ ਟੈਪ ਕੀਤੇ ਗਏ ਸੀ, ਤਾਂ ਉਹਨਾਂ ਨੇ ਕਿਹਾ ਉਹਨਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ, ਪਰ ਉਹਨਾਂ ਨੇ ਕੀ ਪ੍ਰਤੀਕਰਮ ਦਿੱਤਾ ਆਓ ਸੁਣਦੇ ਹਾਂ. ਤੁਹਾਨੂੰ ਕੋਈ ਪਤਾ ਲੱਗਾ ਵਿਜੀਲੈਂਸ ਨੇ ਫੋਨ ਟੈਪ ਕੀਤਾ? मेरा नहीं मैंने नहीं सारा जानना. ਪਰਸਨਲੀ ਤੁਹਾਨੂੰ ਕੋਈ ਪਤਾ ਜਾਂ ਕਿ ਕੋਈ ਮੂਵ ਕੀਤਾ ਜਾਂ ਕਿਤੇ ਇਦਾਂ ਦੀ ਹੋ ਚੁੱਕਾ? नहीं मैनू नहीं कोई इस बारे ज्ञान करना किसी ने दसा. ਮੈਂ ਨਿਰਮਲਦੀਪ ਸਿੰਘ ਨੂੰ ਚੰਡੀਗੜ੍ਹ ਵਿੱਚ ਮਿਲਿਆ. ਉਹ ਪੰਜਾਬ PWD ਡਿਪਾਰਟਮੈਂਟ ਵਿੱਚ SDO ਹਨ ਅਤੇ ਸੈਕਟਰ 10 ਚੰਡੀਗੜ੍ਹ ਵਿੱਚ ਰਹਿੰਦੇ ਹਨ. ਉਹ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ PWD ਮੰਤਰੀ ਸੁੱਚਾ ਸਿੰਘ ਲੰਗਾ ਦੇ ਕਾਫੀ ਨਜ਼ਦੀਕੀ ਮੰਨੇ ਜਾਂਦੇ ਹਨ ਅਤੇ ਉਹ ਕਈ ਵਿਜੀਲੈਂਸ ਬਿਊਰੋ ਅਧਿਕਾਰੀਆਂ ਦੇ ਵੀ ਨਜ਼ਦੀਕੀ ਹਨ. ਮਨਜੀਤ ਸਿੰਘ ਮਾਨ ਦੀ ਤਰ੍ਹਾਂ ਨਿਰਮਲਦੀਪ ਸਿੰਘ ਨੇ ਵੀ ਕਿਹਾ ਕਿ ਉਹਨਾਂ ਦੇ ਫੋਨ ਟੈਪ ਹੋਣ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ. ਤੁਸੀਂ ਦੱਸ ਰਹੇ ਮੈਨੂੰ ਹੁਣੇ ਦੱਸਿਆ ਤੁਸੀਂ ਟੈਪਿੰਗ ਹੈ. ਬਾਕੀ ਬੀਇੰਗ ਗਵਰਨਮੈਂਟ ਅਫੀਸ਼ੀਅਲ ਮੈਨੂੰ ਕੋਈ ਆਬਜੈਕਸ਼ਨ ਵੀ ਹੈ ਨਹੀਂ, ਪਰ ਆਈ ਡੋਂਟ ਨੋ ਹਾਊ ਟੂ ਰਿਐਕਟ ਔਨ ਦਿਸ ਆਨਸਰ. ਤੇ ਇਹ ਲਾਇਰ ਨੂੰ ਪੁੱਛ ਕੇ ਜਵਾਬ ਦੇਣਾ ਮੈਂ ਚੰਗਾ ਸਮਝੂਗਾ, ਪਰ ਆਈ ਡੋਂਟ ਅਵੇਅਰ, ਆਈ ਐਮ ਨਾਟ ਅਵੇਅਰ ਆਫ ਐਨੀ ਟਾਈਪ ਆਫ ਟੈਪਿੰਗ ਔਰ ਐਨੀਥਿੰਗ ਐਲਸ. ਆਈ ਡੋਂਟ ਨੋ. ਤੁਸੀਂ ਕਹਿ ਰਹੇ ਹੋ ਟੈਪਿੰਗ ਹੋਈ ਹੈ, ਇਟਸ ਓਕੇ, ਹੋਈ ਹੈ ਤੇ ਕੋਈ ਗੱਲ ਨਹੀਂ. ਫੋਨ ਟੇਪ ਮਾਮਲੇ 'ਚੋਂ ਕਈ ਸਵਾਲ ਪੈਦਾ ਹੁੰਦੇ ਨੇ ਜਿਨ੍ਹਾਂ ਦੇ ਜਵਾਬ ਨਾ ਤਾਂ ਕਾਰਜਪਾਲਿਕਾ ਅਤੇ ਨਾ ਹੀ ਨਿਆਂਪਾਲਿਕਾ ਨੇ ਅਜੇ ਤੱਕ ਦਿੱਤੇ ਨੇ. ਵਿਜੀਲੈਂਸ ਬਿਊਰੋ ਦਾ ਫੋਨ ਟੇਪ ਕਰਨ ਪਿੱਛੇ ਕੀ ਮਕਸਦ ਸੀ? ਕੀ ਸੁਮੇਧ ਸਿੰਘ ਸੈਣੀ ਅਤੇ HS ਮਤੇਵਾਲ ਵਿਚਕਾਰ ਕੋਈ ਮਿਲੀਭੁਗਤ ਸੀ ਤਾਂ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਕੁਝ ਜੱਜਾਂ ਨੂੰ ਆਪਣੇ ਦਬਦਬੇ ਹੇਠ ਰੱਖਿਆ ਜਾ ਸਕੇ? ਜਸਟਿਸ ਵਿਜੇਂਦਰ ਜੈਨ ਨੇ HS ਮਤੇਵਾਲ ਨੂੰ ਸਵਾਲ ਕਿਉਂ ਨਹੀਂ ਕੀਤੇ ਜਦੋਂ ਉਹਨਾਂ ਨੂੰ ਵਿਜੀਲੈਂਸ ਬਿਊਰੋ ਦੀਆਂ ਰਿਪੋਰਟਾਂ ਮਿਲੀਆਂ? ਸੁਮੇਧ ਸਿੰਘ ਸੈਣੀ ਨੇ ਲੀਹ ਨੂੰ ਤੋੜਦਿਆਂ ਮੁੱਖ ਸਕੱਤਰ ਨੂੰ ਰਿਪੋਰਟਾਂ ਸੌਂਪਣ ਦੀ ਬਜਾਏ ਤਤਕਾਲੀ ਐਡਵੋਕੇਟ ਜਨਰਲ ਨੂੰ ਹੀ ਕਿਉਂ ਰਿਪੋਰਟਾਂ ਸੌਂਪੀਆਂ? ਕਿ ਪੰਜਾਬ ਵਿਜੀਲੈਂਸ ਬਿਊਰੋ ਨੂੰ ਟੈਲੀਫੋਨ ਟੇਪ ਕਰਨ ਦੀ ਮਨਜ਼ੂਰੀ ਤਤਕਾਲੀ ਗ੍ਰਹਿ ਸਕੱਤਰ ਨੇ ਬੈਕ ਡੇਟ 'ਚ ਦਿੱਤੀ? ਵਿਜੀਲੈਂਸ ਬਿਊਰੋ ਨੇ ਆਪਣੀਆਂ ਰਿਪੋਰਟਾਂ 'ਚ ਦੂਜੇ ਵਿਅਕਤੀ ਦਾ ਨਾਮ ਕਿਉਂ ਨਹੀਂ ਦਿੱਤਾ ਜਿਸ ਦਾ ਕਿ ਟੈਲੀਫੋਨ ਟੇਪ ਕੀਤਾ ਜਾ ਰਿਹਾ ਸੀ? ਕੀ ਉਹ ਵਿਜੀਲੈਂਸ ਬਿਊਰੋ ਦਾ ਆਪਣਾ ਬੰਦਾ ਸੀ? ਕਿ ਵਿਜੀਲੈਂਸ ਬਿਊਰੋ ਨੇ ਸਿਰਫ ਦੋ ਵਿਅਕਤੀਆਂ ਦੇ ਹੀ ਟੈਲੀਫੋਨ ਟੇਪ ਕੀਤੇ ਜਿਵੇਂ ਕਿ ਉਹਨਾਂ ਨੇ ਦਾਅਵਾ ਕੀਤਾ? ਕਿ ਸੁਮੇਧ ਸਿੰਘ ਸੈਣੀ ਨੇ ਦੋਵੇਂ ਵਿਅਕਤੀਆਂ ਦੀ ਕਾਰਗੁਜ਼ਾਰੀ ਨੂੰ ਗੰਭੀਰ ਅਪਰਾਧ ਤੇ ਰਾਜ ਦੀ ਸੁਰੱਖਿਆ ਨੂੰ ਖਤਰੇ ਦਾ ਨਾਮ ਦੇ ਦਿੱਤਾ ਤਾਂ ਜੋ ਉਹਨਾਂ ਤੋਂ ਕੋਈ ਸਵਾਲ ਨਾ ਪੁੱਛ ਸਕੇ? ਫੋਨ ਟੈਪਿੰਗ ਦਾ ਪੂਰਾ ਮਾਮਲਾ ਇੱਕ ਗਿਣੀ ਮਿਥੀ ਸਾਜ਼ਿਸ਼ ਜਾਪਦੀ ਹੈ।
ਇਸ ਦੇ ਬਾਵਜੂਦ ਵੀ ਅਜੇ ਤੱਕ ਕਿਸੇ ਨੇ ਇਸ ਦੀ ਤਹਿਕੀਕਾਤ ਕਿਉਂ ਨਹੀਂ ਕੀਤੀ ਤੇ ਅਖੀਰ 'ਚ ਕੀ ਇਸ ਵਿਵਾਦ ਤੋਂ ਪਰਦਾ ਹਟਾਉਣ ਅਤੇ ਇਸ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਜੋ ਅਜਿਹਾ ਕੁਝ ਮੁੜ ਨਾ ਵਾਪਰ ਸਕੇ।